मेरे बहुत ही प्यारे प्यारे बच्चों, सत श्री अकाल। मैं नीता भाटिया सरकारी कन्या सीनियर सैकेंडरी स्कूल कैंप बटाला ਜ਼ਿਲ੍ਹਾ ਗੁਰਦਾਸਪੁਰ ਤੋਂ ਆਪ ਸਭ ਦੀ ਖੈਰੀਅਤ ਦੀ ਦੁਆ ਮੰਗਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਦੁਆਬਾ ਰੇਡੀਓ 'ਤੇ ਹਰ ਵਿਸ਼ੇ ਦੇ ਆਉਣ ਵਾਲੇ ਲੈਕਚਰ ਬਹੁਤ ਹੀ ਦਿਲਚਸਪੀ ਨਾਲ ਸੁਣਦੇ ਹੋਵੋਗੇ ਅਤੇ ਆਪਣੀਆਂ ਕਾਪੀਆਂ 'ਤੇ ਨੋਟ ਵੀ ਕਰਦੇ ਹੋਵੋਗੇ। ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ ਤੁਹਾਡੀ ਵਿਆਕਰਨ ਦੀ ਪਾਠ ਪੁਸਤਕ ਵਿੱਚ ਦਰਜ ਸ਼ਬਦ ਜੋੜਾਂ ਦੇ ਨਿਯਮ, ਜਿਹੜੇ ਕਿ ਸਾਡੇ ਲਈ ਸਮਝਣੇ ਬਹੁਤ ਜ਼ਰੂਰੀ ਹਨ। ਬੱਚਿਓ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ, ਸਿੱਖਿਆ ਦਾ ਮਾਧਿਅਮ ਹੈ। ਬਹੁਤ ਸਾਰੇ ਕੰਮਾਂ ਲਈ ਪੰਜਾਬੀ ਦੀ ਹੀ ਵਰਤੋਂ ਹੋ ਰਹੀ ਹੈ। ਇਸ ਲਈ ਸਾਡੇ ਲਈ ਠੀਕ ਸ਼ਬਦ ਜੋੜਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਲਿਖਣ ਵੇਲੇ ਵਾਕ ਤੋਂ ਪਹਿਲੀ ਜਿਹੜੀ ਸਾਰਥਕ ਇਕਾਈ ਹੈ ਉਹ ਸ਼ਬਦ ਹੈ। ਤੁਹਾਨੂੰ ਪਤਾ ਹੈ ਨਾ ਕਿ ਸ਼ਬਦ ਇੱਕ ਸਾਰਥਕ ਇਕਾਈ ਹੈ ਜਿਸ ਦਾ ਕੋਈ ਅਰਥ ਹੁੰਦਾ ਹੈ ਅਤੇ ਉਸ ਦਾ ਸਹੀ ਸ਼ਬਦ ਜੋੜ ਅਤੇ ਉਸ ਦੀ ਥਾਂ ਸਿਰ ਵਰਤੋਂ ਉਸ ਨੂੰ ਅਰਥ ਪ੍ਰਦਾਨ ਕਰਦੀ ਹੈ। ਅਤੇ ਜੇ ਇਸ ਵਿੱਚ ਕਿਤੇ ਲਾਪਰਵਾਹੀ ਹੋਵੇ ਜਾਂ ਸਾਨੂੰ ਸਹੀ ਸ਼ਬਦ ਜੋੜਾਂ ਦਾ ਗਿਆਨ ਨਾ ਹੋਵੇ, ਗਿਆਨ ਵਿੱਚ ਸਾਡੇ ਕਮੀ ਹੋਵੇ, ਤਾਂ ਉਸ ਦੇ ਸਹੀ ਅਰਥਾਂ ਦਾ ਸੰਚਾਰ ਨਹੀਂ ਹੁੰਦਾ। ਸੋ ਪਿਆਰੇ ਬੱਚਿਓ, ਸਾਨੂੰ ਛੋਟੀਆਂ ਕਲਾਸਾਂ ਤੋਂ ਹੀ ਯਾਨੀ ਕਿ ਵਿਦਿਆਰਥੀ ਜੀਵਨ ਸਮੇਂ ਹੀ ਸ਼ਬਦ ਜੋੜ ਸਹੀ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ। ਸਾਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਬੱਚਿਓ, ਸਾਡੇ ਵਿਆਕਰਨ ਲੇਖਕ ਹਨ ਜੋ ਉਹਨਾਂ ਨੇ ਬੜੀ ਮਿਹਨਤ ਨਾਲ ਸ਼ਬਦ ਜੋੜਾਂ ਨੂੰ ਸਹੀ ਰੱਖਣ ਵਾਸਤੇ ਕੁਝ ਨਿਯਮ ਬਣਾਏ ਹਨ ਅਤੇ ਆਓ ਸ਼ਬਦ ਜੋੜਾਂ ਦੇ ਇਹਨਾਂ ਨਿਯਮਾਂ ਬਾਰੇ ਕੁਝ ਗਿਆਨ ਹਾਸਲ ਕਰੀਏ। ਨਿਯਮ ਪਹਿਲਾ। ਬੱਚਿਓ, ਅਸੀਂ ਪਹਿਲੇ ਗੱਲ ਕਰਾਂਗੇ ਹਾਹੇ ਬਾਰੇ ਕਿ ਕਈ ਵਾਰ ਉਚਾਰਨ ਵਿੱਚ ਜਾਂ ਬੋਲਣ ਵੇਲੇ ਕਿਸੇ ਸ਼ਬਦ ਵਿੱਚ ਪਹਿਲੇ ਅੱਖਰ ਦੇ ਨਾਲ ਏ ਧੁਨੀ ਜਾਣੀ ਕਿ ਲਾਂ ਦੀ ਆਵਾਜ਼ ਮਹਿਸੂਸ ਹੁੰਦੀ ਹੈ ਅਤੇ ਜੇ ਉਸ ਤੋਂ ਬਾਅਦ ਹਾਹਾ ਮੁਕਤਾ ਕਰਕੇ ਆਉਂਦਾ ਹੈ ਅਤੇ ਹਾਹੇ ਤੋਂ ਪਹਿਲੇ ਅੱਖਰ ਦੀ ਜਿਹੜੀ ਲਾਂ ਦੀ ਆਵਾਜ਼ ਹੈ ਉਹ ਸਿਹਾਰੀ ਵਿੱਚ ਬਦਲ ਜਾਵੇ। ਜਿਵੇਂ ਅਸ਼ੁੱਧ ਸ਼ਬਦ ਹੈ ਕਿਹੜਾ। ਦੇਖੋ, ਬੋਲਣ 'ਚ ਸਾਨੂੰ ਲਾਂ ਦੀ ਆਵਾਜ਼ ਆਉਂਦੀ ਕਿਹੜਾ, ਅਸੀਂ ਇਹੀ ਕਹਿੰਦੇ ਹਾਂ ਨਾ, ਕਿਹੜਾ ਰੌਲਾ ਪਾ ਰਿਹਾ ਹੈ, ਲਾਂ ਦੀ ਆਵਾਜ਼ ਆ ਰਹੀ ਹੈ, ਏ ਧੁਨੀ ਦੀ ਆਵਾਜ਼ ਆ ਰਹੀ ਹੈ। ਪਰ ਆਪਾਂ ਜੇਕਰ ਕੱਕੇ ਨੂੰ ਲਾਂ ਹਾਹਾ ਉਡਾੜੇ ਕੰਨਾ ਲਿਖ ਦੇਵਾਂਗੇ ਅਤੇ ਉਹ ਸਾਡਾ ਲਿਖਤ ਦੇ ਵਿੱਚ ਗਲਤ ਹੋ ਜਾਏਗਾ। ਅਸੀਂ ਕੀ ਕਰਨਾ ਹੈ ਕਿ ਜੇਕਰ ਹਾਹੇ ਤੋਂ ਪਹਿਲਾਂ ਅੱਖਰ ਦੇ ਨਾਲ ਲਾਂ ਏ ਧੁਨੀ ਦੀ ਆਵਾਜ਼ ਹੈ ਅਤੇ ਆਪਾਂ ਲਾਂ ਦੀ ਜਗ੍ਹਾ ਅਸੀਂ ਕੀ ਕਰ ਦੇਣਾ ਹੈ, ਅਸੀਂ ਉਹਦੀ ਜਗ੍ਹਾ ਸਿਹਾਰੀ ਲਗਾ ਦੇਣੀ ਹੈ। ਕੱਕੇ ਨੂੰ ਸਿਹਾਰੀ ਹਾਹਾ ਉਡਾੜੇ ਕੰਨਾ ਕਿਹੜਾ, ਇਹ ਜਿਹੜਾ ਵੈ ਸਹੀ ਸ਼ਬਦ ਜੋੜ ਹੈ। ਹੁਣ ਬੋਲਣ 'ਚ ਕੀ ਆਉਂਦਾ, ਵਿਹਲਾ, ਲਾਂ ਦੀ ਆਵਾਜ਼ ਆ ਰਹੀ ਹੈ, ਏ ਧੁਨੀ ਦੀ ਆਵਾਜ਼ ਆ ਰਹੀ ਹੈ। ਪਰ ਅਸੀਂ ਕੀ ਕਰਨਾ ਹੈ, ਅਸੀਂ ਨਿਯਮ ਕੀ ਪੜ੍ਹਿਆ ਕਿ ਜੇਕਰ ਹਾਹੇ ਤੋਂ ਪਹਿਲਾ ਜਿਹੜਾ ਅੱਖਰ ਹੈ ਉਹਦੇ ਨਾਲ ਲਾਂ ਜਾਂ ਏ ਧੁਨੀ ਦੀ ਆਵਾਜ਼ ਆਉਂਦੀ ਹੋਵੇ ਅਤੇ ਆਪਾਂ ਲਾਂ ਦੀ ਜਗ੍ਹਾ ਸਿਹਾਰੀ ਪਾ ਦੇਣੀ ਹੈ। ਵਿਹਲਾ ਅਤੇ ਕੀ ਵਵੇ ਨੂੰ ਜੇ ਅਸੀਂ ਲਾਂ ਹਾਹਾ ਲੱਲੇ ਕੰਨਾ ਲਿਖ ਦੇਵਾਂਗੇ ਤਾਂ ਸਾਡਾ ਗਲਤ ਸ਼ਬਦ ਜੋੜ ਹੈ। ਸਹੀ ਸ਼ਬਦ ਜੋੜ ਕੀ ਹੈ, ਵਵੇ ਨੂੰ ਸਿਹਾਰੀ ਹਾਹਾ ਲੱਲੇ ਕੰਨਾ ਵਿਹਲਾ। ਇਸੇ ਤਰ੍ਹਾਂ ਬੋਲਣ 'ਚ ਆਉਂਦਾ ਵਿਹੜਾ, ਇਹੀ ਕਹਿੰਦੇ ਨਾ, ਵਿਹੜੇ ਵਿੱਚ ਖੇਲੋ ਜਾ ਕੇ, ਲਾਂ ਦੀ ਆਵਾਜ਼। ਪਰ ਆਪਾਂ ਜੇਕਰ ਲਾਂ ਲਗਾਵਾਂਗੇ ਵਵੇ 'ਤੇ ਸਾਡਾ ਸ਼ਬਦ ਜੋੜ ਗਲਤ ਹੋ ਜਾਏਗਾ। ਅਸੀਂ ਕੀ ਕਰਨਾ ਹੈ, ਅਸੀਂ ਲਾਂ ਦੀ ਜਗ੍ਹਾ ਵਵੇ ਦੇ ਨਾਲ ਸਿਹਾਰੀ ਹਾਹਾ ਉਡਾੜੇ ਕੰਨਾ ਵਿਹੜਾ। ਇਸੇ ਤਰ੍ਹਾਂ ਹੀ ਜਿਹੜਾ, ਇਹਦੇ 'ਤੇ ਵੀ ਲਾਂ ਦੀ ਆਵਾਜ਼ ਹੈ ਹਾਹੇ ਤੋਂ ਪਹਿਲੇ ਅੱਖਰ 'ਤੇ ਅਤੇ ਅਸੀਂ ਕੀ ਨਿਯਮ ਪੜ੍ਹਿਆ ਕਿ ਹਾਹੇ ਤੋਂ ਪਹਿਲੇ ਅੱਖਰ 'ਤੇ ਲਾਂ ਦੀ ਆਵਾਜ਼ ਆਵੇ
ਤੇ ਆਪਾਂ ਲਾਂ ਕੱਟ ਕੇ ਉਹਦੀ ਜਗ੍ਹਾ ਸਿਹਾਰੀ ਪਾ ਦੇਣੀ ਹੈ। ਜੱਜੇ ਨੂੰ ਸਿਹਾਰੀ ਹਾਹਾ ੜਾੜੇ ਕੰਨਾ ਜਿਹੜਾ। ਪਰ ਜੇ ਹਾਹਾ ਵਿਚਕਾਰ ਨਾ ਆ ਕੇ ਅਖੀਰ ਵਿੱਚ ਆਉਂਦਾ ਹੈ, ਠੀਕ ਹੈ। ਦੇਖੋ ਕਿਹੜਾ, ਵਿਹੜਾ, ਵਿਹਲਾ, ਜਿਹੜਾ, ਸਿਹਰਾ, ਇਹਦੇ ਵਿੱਚ ਹਾਹੇ ਜਿਹੜਾ ਵੈ ਉਹ ਵਿਚਕਾਰ ਹੈ। ਪਰ ਜੇਕਰ ਹਾਹਾ ਵਿਚਕਾਰ ਨਾ ਆ ਕੇ ਅਖੀਰ ਵਿੱਚ ਆਉਂਦਾ ਹੈ ਤਾਂ ਸਾਡਾ ਸ਼ਬਦ ਜੋੜ ਉਵੇਂ ਦਾ ਉਵੇਂ ਹੀ ਰਹੇਗਾ, ਉਹ ਨਹੀਂ ਬਦਲੇਗਾ। ਜਿਵੇਂ ਖੇ, ਖੱਖੇ ਨੂੰ ਲਾਂ ਹਾਹਾ, ਅਖੀਰ 'ਤੇ ਆਇਆ ਨਾ ਹਾਹਾ। ਸੇ, ਸੱਸੇ ਨੂੰ ਲਾਂ ਹਾਹਾ ਸੇ। ਰੇ, ਰਾਰੇ ਨੂੰ ਲਾਂ ਹਾਹਾ। ਇਹ ਸ਼ਬਦ ਜੋੜ ਜਿਹੜਾ ਵੈ ਉਹ ਨਹੀਂ ਬਦਲੇਗਾ। ਨਿਯਮ ਦੂਜਾ ਬੱਚੋ, ਜੇਕਰ ਬੋਲਣ ਵਿੱਚ ਹਾਹੇ ਤੋਂ ਪਹਿਲਾਂ ਅੱਖਰ ਨਾਲ ਐ ਧੁਨੀ ਜਾਣੀ ਕਿ ਦੁਲਾਵਾਂ ਦਾ ਉਚਾਰਨ ਮਹਿਸੂਸ ਹੋਵੇ ਅਤੇ ਹਾਹੇ ਤੋਂ ਪਹਿਲਾ ਅੱਖਰ ਹੈ ਜਿਹੜਾ ਉਹ ਮੁਕਤਾ ਹੀ ਰਹੇਗਾ ਅਤੇ ਹਾਹੇ ਨਾਲ ਸਿਹਾਰੀ ਲੱਗੇਗੀ। ਦੇਖੋ ਜਿਵੇਂ ਅਸ਼ੁੱਧ ਆਵਾਜ਼ ਆ ਰਹੀ ਹੈ ਨਹਿਰ, ਨੰਨੇ ਨੂੰ ਹਾਹੇ ਤੋਂ ਪਹਿਲੇ ਅੱਖਰ ਨੂੰ ਦੁਲਾਵਾਂ ਦੀ ਆਵਾਜ਼ ਆ ਰਹੀ ਹੈ ਨਹਿਰ। ਪਰ ਆਪਾਂ ਕੀ ਕਰਨਾ ਹੈ, ਆਪਾਂ ਦੁਲਾਵਾਂ ਹਟਾ ਕੇ ਅਤੇ ਹਾਹੇ ਦੇ ਨਾਲ ਕੀ ਕਰਨਾ ਹੈ, ਹਾਹੇ ਨਾਲ ਸਿਹਾਰੀ ਲਗਾ ਦੇਣੀ ਹੈ। ਪਹਿਲਾ ਅੱਖਰ ਮੁਕਤਾ ਕਰ ਦਿੱਤਾ, ਉਹਦੇ ਤੋਂ ਆਪਾਂ ਦੁਲਾਵਾਂ ਹਟਾਤੀਆਂ ਨੰਨੇ ਤੋਂ ਅਤੇ ਹਾਹੇ ਨਾਲ ਸਿਹਾਰੀ ਪਾ ਦਿੱਤੀ। ਅਤੇ ਸ਼ੁੱਧ ਸ਼ਬਦ ਕਿਵੇਂ ਲਿਖਣਾ ਹੈ, ਨਾ ਹਾਹੇ ਨੂੰ ਸਿਹਾਰੀ ਰਾਰਾ ਨਹਿਰ। ਇੱਦਾਂ ਹੀ ਬੋਲਣ 'ਚ ਕੀ ਆਉਂਦਾ ਸ਼ਹਿਰ, ਹੈ ਨਾ। ਕਈ ਵਾਰੀ ਆਪਣੇ ਡੈਡੀ ਪਾਪਾ ਕਹਿ ਦਿੰਦੇ ਨਾ ਮੈਂ ਸ਼ਹਿਰ ਨੂੰ ਚੱਲਿਆ ਵਾਂ, ਦੁਲਾਵਾਂ ਦੀ ਆਵਾਜ਼ ਆਉਂਦੀ ਹੈ ਸ਼ਸ਼ੇ ਨੂੰ। ਪਰ ਜੇਕਰ ਅਸੀਂ ਦੁਲਾਵਾਂ ਪਾਵਾਂਗੇ ਤਾਂ ਉਹ ਸਾਡਾ ਸ਼ਬਦ ਅਸ਼ੁੱਧ ਮੰਨਿਆ ਜਾਏਗਾ। ਆਪਾਂ ਕੀ ਕਰਨਾ ਹੈ, ਸ਼ਸ਼ੇ ਤੋਂ ਦੁਲਾਵਾਂ ਹਟਾ ਕੇ ਸ਼ਸ਼ਾ ਹਾਹੇ ਨੂੰ ਸਿਹਾਰੀ ਰਾਰਾ ਸ਼ਹਿਰ। ਇੱਦਾਂ ਹੀ ਲਹਿਰ, ਰਹਿੰਦਾ, ਦੁਲਾਵਾਂ ਦੀ ਆਵਾਜ਼ ਹੈ ਅਤੇ ਦੁਲਾਵਾਂ ਹਟਾ ਕੇ ਪਹਿਲਾ ਅੱਖਰ ਜਿਹੜਾ ਉਹ ਮੁਕਤਾ ਹੀ ਰਹੇਗਾ ਅਤੇ ਹਾਹੇ ਨੂੰ ਸਿਹਾਰੀ ਲੱਗ ਜਾਏਗੀ। ਠੀਕ ਹੈ ਬੱਚੇ, ਸਮਝ ਲੱਗ ਗਈ ਕਿ ਜੇਕਰ ਲਾਂ ਆਵੇ ਤਾਂ ਅਸੀਂ ਕੀ ਕਰਨਾ ਹੈ, ਜੇਕਰ ਹਾਹੇ ਤੋਂ ਪਹਿਲਾਂ ਦੁਲਾਵਾਂ ਦੀ ਆਵਾਜ਼ ਆਵੇ ਤਾਂ ਕੀ ਕਰਨਾ ਹੈ। ਅਤੇ ਹੁਣ ਨਿਯਮ ਤੀਸਰਾ ਕੀ ਹੈ ਕਿ ਜੇ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ ਉਹ ਧੁਨੀ ਹੋਵੇ, ਜਾਣੀ ਕਿ ਹੋੜੇ ਦੀ ਆਵਾਜ਼ ਆਉਂਦੀ ਹੋਵੇ, ਤਾਂ ਅਜਿਹੀ ਹਾਲਤ ਵਿੱਚ ਹਾਹਾ ਮੁਕਤਾ ਹੀ ਰਹੇਗਾ, ਜਾਣੀ ਕਿ ਹਾਹੇ ਨੂੰ ਕੋਈ ਲੱਗ ਨਹੀਂ ਲੱਗੇਗੀ। ਅਤੇ ਪੰਜਾਬੀ ਦੇ ਜਿਹੜੇ ਮੂਲ ਸ਼ਬਦ ਹੈ ਉਸ ਵਿੱਚ ਕੋਈ ਤਬਦੀਲੀ ਨਹੀਂ ਆਏਗੀ। ਜੇਕਰ ਹੋੜੇ ਦੀ ਆਵਾਜ਼ ਬੱਚੇ ਆ ਰਹੀ ਹੈ ਅਤੇ ਅਸੀਂ ਕੋਈ ਤਬਦੀਲੀ ਨਹੀਂ ਲਿਆਵਾਂਗੇ ਹਾਹੇ ਤੋਂ ਪਹਿਲੇ ਅੱਖਰ ਤੋਂ। ਜੇ ਹੋੜੇ ਦੀ ਆਵਾਜ਼ ਆ ਰਹੀ ਹੈ, ਜਿਵੇਂ ਅਸੀਂ ਬੋਲਦੇ ਨਾ ਮੋਹਨ, ਉਹਦੀ ਆਵਾਜ਼ ਹੋੜੇ ਦੀ ਆ ਰਹੀ ਨਾ ਹਾਹੇ ਤੋਂ ਪਹਿਲਾਂ, ਪਰ ਆਪਾਂ ਇਸ ਵਿੱਚ ਕੋਈ ਤਬਦੀਲੀ ਨਹੀਂ ਲਿਆਉਣੀ। ਇਹ ਇਸੇ ਤਰ੍ਹਾਂ ਲਿਖਣਾ ਹੈ, ਮੰਮੇ ਨੂੰ ਹੋੜਾ ਹਾਹਾ ਨੰਨਾ ਮੋਹਨ ਸੋਹਨ। ਹਾਹੇ ਤੋਂ ਪਹਿਲਾਂ ਹੋੜੇ ਦੀ ਆਵਾਜ਼ ਆ ਰਹੀ ਹੈ, ਪਰ ਆਪਾਂ ਨਿਯਮ ਕੀ ਪੜ੍ਹਿਆ ਹੈ, ਕੀ ਸੁਣਿਆ ਹੈ ਕਿ ਜਦੋਂ ਹੋੜੇ ਦੀ ਆਵਾਜ਼ ਹਾਹੇ ਤੋਂ ਪਹਿਲਾਂ ਅੱਖਰ ਦੇ ਨਾਲ ਆਉਂਦੀ ਹੋਵੇ ਅਤੇ ਆਪਾਂ ਕੋਈ ਤਬਦੀਲੀ ਨਹੀਂ ਕਰਨੀ। ਮੋਹਨ, ਸੋਹਨ, ਮੋਹ, ਖੋਹ, ਅਸੀਂ ਇਸੇ ਤਰ੍ਹਾਂ ਹੀ ਲਿਖ ਦੇਣਾ ਹੈ। ਹੁਣ ਨਿਯਮ ਚੌਥਾ ਕੀ ਹੈ ਹਾਹੇ ਬਾਰੇ, ਕਿ ਇਹ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ ਔ ਧੁਨੀ ਜਾਣੀ ਕਿ ਘਨੋੜਾ ਬੋਲਦਾ ਹੋਵੇ, ਹਾਹੇ ਤੋਂ ਪਹਿਲਾਂ ਅੱਖਰ ਜਿਹੜਾ ਲੱਗਾ ਹੈ ਘਨੋੜਾ ਬੋਲਦਾ ਹੋਵੇ, ਘਨੋੜੇ ਦੀ ਆਵਾਜ਼ ਆਉਂਦੀ ਹੋਵੇ, ਤਾਂ ਉਹ ਅੱਖਰ ਆਪ ਮੁਕਤਾ ਹੀ ਰਹੇਗਾ, ਪਰ ਹਾਹੇ ਨੂੰ ਔਂਕੜ ਲੱਗਦੀ ਹੈ। ਠੀਕ ਹੈ, ਜੇਕਰ ਘਨੋੜੇ ਦੀ ਆਵਾਜ਼ ਆ ਰਹੀ ਹੈ ਹਾਹੇ ਤੋਂ ਪਹਿਲਾਂ ਅਤੇ ਉਹ ਪਹਿਲਾ ਅੱਖਰ ਮੁਕਤਾ ਰਹਿਣਾ ਹੈ, ਪਰ ਅਸੀਂ ਕੀ ਕਰਨਾ ਹੈ, ਹਾਹੇ ਦੇ ਨਾਲ ਔਂਕੜ ਲਗਾ ਦੇਣੀ ਹੈ। ਦੇਖੋ ਜਿਵੇਂ ਸ਼ਬਦ ਹੈ ਬੋਲਣ 'ਚ ਆਉਂਦਾ ਵਹੁਟੀ, 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 ਕਿਹਦੀ ਆਵਾਜ਼ ਆ ਰਹੀ ਹੈ, ਘਨੋੜੇ ਦੀ ਹਾਹੇ ਤੋਂ ਪਹਿਲਾਂ, ਪਰ ਆਪਾਂ ਘਨੋੜੇ ਦੀ ਜਗ੍ਹਾ ਆਪਾਂ ਕੀ ਕਰ ਦੇਣਾ, ਸਹੀ ਸ਼ਬਦ ਜੋੜ ਕੀ ਹੈ, ਵਵਾ ਹਾਹੇ ਨੂੰ ਔਂਕੜ ਟੈਂਕੇ ਬਿਹਾਰੀ ਵਹੁਟੀ। ਇੱਦਾਂ ਹੀ ਬਹੁਤਾ, ਰੱਬ ਤੁਹਾਨੂੰ ਬਹੁਤਾ ਦੇਵੇ ਕਹਿ ਦਿੰਦੀ ਹੈ ਨਾ,
पर जेकर असी बब्बे नूं घनोड़ा हाहा तत्ते कन्ना लिखांगे तो साडा गलत हो जाएगा शब्द जोड़। सही शब्द जोड़ की है? बब्बा हाहे नूं औंकड़ तत्ते कन्ना बहुता। इदां ही सौहरा, घनोड़े की आवाज़ आ रही हाहे तो पहला, तो जे असी सस्से नूं घनोड़ा हाहा रारे कन्ना लिख दांगे तो साडा शब्द जोड़ गलत हो जाएगा। असी इसनूं किवें लिखना है? सस्सा हाहे नूं औंकड़ रारे कन्ना सोहरा। ठीक है बच्चों, ये तां सी हाहे बारे जानकारी। पर हुण सानूं नन्ना ते नाणे की भी सही वरतों बारे भी सुचेत होने की लोड़ है। इसकी सही वरतों का पता होना बहुत जरूरी है। कई बार असी किसी दे नाल नाना लगा देने हाँ, किसी नाल नन्ना लगा देने। हुण एक व्याकरणी शब्द आ, असी कई बार कन्फ्यूज़ड हो जाने कि असी व्याकरण दे नाल नन्ना लगाना है कि नाना लगाना है। ठीक है, तो असी जानकारी प्राप्त करांगे कि नन्ने की वरतों असी किवें करनी है ते नाणे की वरतों असी किवें करनी है। बच्चों याद रखियो कि जेकर पंजाबी विच रारा लला नाना ते अड़ाड़ा, जेकर इहदे पिछे जिहड़ा आउण वाला अखर है वह नासकी होवे, धुनी नासकी होवे तां नन्ना आउंदा है। ठीक है, जिवें मैं तुहानूं दस्सिया व्याकरण रारे तो बाद नासकी धुनी, नासकी तुसीं पढ़ी है ना कि जिहदी आवाज़ बोलण वेले नक्क चों आवाज़ निकलदी होवे उहनूं असीं नासकी धुनी कहने आ। हुण व्याकरण रारे तो बाद नासकी धुनी नन्ने की आवाज़ आ रही है, तो असीं रूल की पढ़िया, नियम की पढ़िया कि जेकर रारा लल्ले पैर बिंदी नाना अड़ाड़ा ਇਹਦੇ ਪਿੱਛੇ ਜੇ ਧੁਨੀ ਆ ਉਹ ਕੀ ਹੈ? ਨਾਸਕੀ ਆਵਾਜ਼ ਹੋਵੇ ਤੇ ਅਸੀਂ ਨੰਨਾ ਲਗਾਉਂਦੇ ਹਾਂ। ਜਿਵੇਂ ਸਧਾਰਨ, ਵਿਆਕਰਨ, ਭਿਖਾਰਨ, ਕਾਰਨ, ਹੀਰਨ। ਠੀਕ ਹੈ ਨਾ, ਇਹਨਾਂ ਦੇ ਨਾਲ ਅਸੀਂ ਨਾਣਾ ਨਹੀਂ ਲਗਾਉਣਾ। ਸਧਾਰਨ ਦੇ ਨਾਲ ਵੀ ਕਈ ਵਾਰੀ ਅਸੀਂ ਨਾਣਾ ਲਗਾ ਦਿੰਦੇ ਹਾਂ ਨੰਨੇ ਦੀ ਜਗ੍ਹਾ। पर हुण जे तुहानूं नियम पता होएगा कि रारे तो बाद जेकर नासकी धुनी की आवाज़ है तो आपां नाना नहीं लगाना, आपां नन्ना लगाना। ठीक है जी। पर जेकर रण शब्द आ जाता है रारा नाना, तो ये शब्द इत्थे नाना ही लगना है। रणजीत, ठीक है, रणभूमि, इत्थे असी नाना ही लगाना है। हुण आ गए लल्ले वाले शब्द। लल्ले तो बाद भी जेकर नासकी धुनी है तो असी नन्ने करना ही नन्ना ही लगाना है, असी नाना नहीं लगाना। जिमें संभलना, मलना, टलना, गलना। लल्ले तो बाद जेकर आवाज़ नासकी है तो आपां नन्ना लगाना है, नाना नहीं लगाना। इदे अड़ाड़े वाले शब्द, पढ़ना, मुड़ना, लड़ना। हुण लड़ना मैं कई बार आपां नाणे करना भी लगा देंगे, बच्चे लगा देंगे हैं ना कई बार, पर वो गलत है। जेकर सानू नियम पता वै कि अड़ाड़े तो बाद जेकर नासकी धुनी आ तो आपां फिर नन्ना ही लगाना है, नाना नहीं लगाना। ठीक है बच्चों। हुण नाणे वाले शब्द, नाणे वाले शब्द है ਉਹਦੇ ਪਿੱਛੇ भी नासकी आवाज़ है तो नन्ना लगना है। जिमें सुनना, नाणे तो बाद की है? नासकी तो नहीं है ना। सुनना, गिनना, चुनना, जानना, मानना, ਇਹਦੇ ਨਾਲ भी की लगना है? नन्ना ही लगना। नाणे तो बाद भी जेकर आवाज़ नासकी है तो असी नन्ना लगावांगे। हुण बच्चों कुछ शब्द ऐसे हैं जिन्हां दे विशेषण बनाउण वेले अंत विच कक्का लाया जाता है, पर नाल ही उसके पहले अखर नूं सिहारी लाई जाती है। जिवें शब्द है इतिहास, असी इतिहास का विशेषण बनाना है तो आ जाएगा इतिहासिक, सस्से नूं लग गई सिहारी ते नाल कक्का, इतिहासिक। सप्ताह,
ਹਾਹੇ ਨੂੰ ਸਿਹਾਰੀ ਲੱਗ ਗਈ ਅਤੇ ਨਾਲ ਕੱਕਾ ਅਤੇ ਵਿਸ਼ੇਸ਼ਣ ਕੀ ਬਣ ਗਿਆ? ਸਪਤਾਹਿਕ। ਸਮਾਜ ਸਮਾਜਿਕ, ਵਿਗਿਆਨ ਵਿਗਿਆਨਿਕ। ਠੀਕ ਹੈ। ਅਤੇ ਇਹ ਵੀ ਬੱਚੋ ਯਾਦ ਰੱਖਣਾ ਕਿ ਕੁਝ ਸ਼ਬਦਾਂ ਦੇ ਜਦੋਂ ਅਸੀਂ ਵਿਸ਼ੇਸ਼ਣ ਬਣਾਉਂਦੇ ਹਾਂ ਅਤੇ ਪਹਿਲੇ ਅੱਖਰ ਨਾਲ ਦੀਰਘ ਮਾਤਰਾ ਲੱਗ ਜਾਂਦੀ ਹੈ, ਜਿਵੇਂ ਕਿ ਸ਼ਬਦ ਤੋਂ ਸ਼ਾਬਦਿਕ, ਧਰਮ ਤੋਂ ਧਾਰਮਿਕ। ਪਹਿਲੇ ਅੱਖਰ ਦੇ ਨਾਲ ਕੰਨਾ ਲੱਗ ਗਿਆ, ਦੀਰਘ ਮਾਤਰਾ, ਕੰਨਾ ਦੀਰਘ ਮਾਤਰਾ 'ਚ ਆਉਂਦਾ ਨਾ, ਉਹ ਲੱਗ ਗਿਆ। ਵਰਸ਼ ਤੋਂ ਵਾਰਸ਼ਿਕ। ਅਤੇ ਇਸੇ ਤਰ੍ਹਾਂ ਕੁਝ ਮੂਲ ਸ਼ਬਦ ਬੱਚਿਓ ਇਹੋ ਜਿਹੇ ਹਨ ਜਿਸ ਦੇ ਅੰਤਲੇ ਅੱਖਰ ਤੋਂ ਪਹਿਲੇ ਅੱਖਰ ਨਾਲ ਆਉਂਦੀ ਸਿਹਾਰੀ ਜਾਂ ਔਂਕੜ ਅਜੋਕੇ ਪੰਜਾਬੀ ਰੂਪ ਵਿੱਚ ਨਹੀਂ ਵਰਤੀ ਜਾਂਦੀ। ਜਿਵੇਂ ਮੂਲ ਸ਼ਬਦ ਆ ਗਿਆ ਤੁਹਾਨੂੰ ਹਾਸਿਲ, ਅਤੇ ਇਸ ਦਾ ਪੰਜਾਬੀ ਰੂਪ ਅਸੀਂ ਕਿਵੇਂ ਲਿਖਦੇ ਹਾਂ? ਅਸੀਂ ਸਿਹਾਰੀ ਨਹੀਂ ਲਗਾਉਂਦੇ, ਅਸੀਂ ਹਾਸਲ। ਪੰਡਿਤ, ਅਤੇ ਪੰਜਾਬੀ ਰੂਪ ਇਹਦਾ ਪੰਡਤ। ਜ਼ਾਲਿਮ ਜ਼ਾਲਮ, ਅਸੀਂ ਸਿਹਾਰੀ ਨਹੀਂ ਲਗਾਉਂਦੇ। ਮੰਦਿਰ, ਅਸੀਂ ਪੰਜਾਬੀ 'ਚ ਕਿਵੇਂ ਲਿਖਾਂਗੇ? ਮੰਦਰ। ਚਤੁਰ, ਪੰਜਾਬੀ 'ਚ ਅਸੀਂ ਕਿਵੇਂ ਲਿਖਾਂਗੇ? ਔਂਕੜ ਨਹੀਂ ਵਰਤਾਂਗੇ, ਚਤਰ। ਮੂਲ ਸ਼ਬਦ ਹੈ ਭਾਵੁਕ, ਅਸੀਂ ਲਿਖਾਂਗੇ ਭਾਵਕ। ਇਸੇ ਤਰ੍ਹਾਂ ਕੁਝ ਮੂਲ ਸ਼ਬਦ ਐਸੇ ਹਨ ਜਿਨ੍ਹਾਂ ਨਾਲ ਦੋ ਦੀਰਘ ਮਾਤਰਾਵਾਂ ਲੱਗਦੀਆਂ ਹਨ, ਪਰ ਜਦੋਂ ਅਸੀਂ ਉਹਨੂੰ ਪੰਜਾਬੀ ਵਿੱਚ ਲਿਖਦੇ ਹਾਂ ਤਾਂ ਦੋਹਾਂ ਵਿੱਚੋਂ ਇੱਕ ਹੀ ਦੀਰਘ ਮਾਤਰਾ ਰਹਿ ਜਾਂਦੀ ਹੈ। ਜਿਵੇਂ ਅਸੀਂ ਬੋਲਣ 'ਚ ਇਹ ਵੀ ਬੋਲਦੇ ਨਾ ਆਕਾਸ਼, ਪਰ ਅਸੀਂ ਪੰਜਾਬੀ ਰੂਪ 'ਚ ਕਿਵੇਂ ਲਿਖਣਾ? ਆਕਾਸ਼। ਆਜ਼ਾਦ, ਪੰਜਾਬੀ ਰੂਪ 'ਚ ਐੜੇ ਨਾਲ ਕੰਨਾ ਨਹੀਂ ਲੱਗਣਾ, ਆਜ਼ਾਦ। ਆਰਾਮ, ਮੂਲ ਸ਼ਬਦ ਹੈ ਆਰਾਮ, ਅਤੇ ਇੱਕ ਦੀਰਘ ਮਾਤਰਾ ਜਿਹੜੀ ਹੈ ਉਹ ਪਹਿਲੇ ਅੱਖਰ ਨਾਲੋਂ ਹਟ ਜਾਂਦੀ ਹੈ, ਅਸੀਂ ਕਿਵੇਂ ਲਿਖਾਂਗੇ? ਆਰਾਮ। ਚਾਲਾਕ, ਪਰ ਅਸੀਂ ਦੀਰਘ ਮਾਤਰਾ ਜਿਹੜੀ ਆ ਉਹ ਇੱਕ ਹਟ ਜਾਣੀ ਹੈ। ਮੈਂ ਰੂਲ ਦੱਸਿਆ ਨਾ, ਨਿਯਮ ਦੱਸਿਆ ਕਿ ਦੋਹਾਂ ਵਿੱਚੋਂ ਇੱਕ ਹੀ ਦੀਰਘ ਮਾਤਰਾ ਰਹਿ ਜਾਂਦੀ ਹੈ, ਅਤੇ ਚਾਲਾਕ ਨਹੀਂ, ਪੰਜਾਬੀ 'ਚ ਲਿਖਾਂਗੇ ਚਲਾਕ। ਸਾਮਾਨ, ਸਾਮਾਨ, ਸੱਸੇ ਕੰਨਾ ਮੰਮੇ ਕੰਨਾ ਨੰਨਾ, ਪਰ ਅਸੀਂ ਪੰਜਾਬੀ ਰੂਪ ਕਿਵੇਂ ਲਿਖਾਂਗੇ? ਸਮਾਨ। ਇਸੇ ਤਰ੍ਹਾਂ ਸੰਸਕ੍ਰਿਤ ਦਾ ਯਯਾ ਬਹੁਤੀਆਂ ਥਾਵਾਂ 'ਤੇ ਜੱਜਾ ਬਣ ਚੁੱਕਾ ਹੈ। ਜਿਵੇਂ ਯਤਨ ਨੂੰ ਅਸੀਂ ਯਤਨ ਵੀ ਲਿਖ ਦਿੰਦੇ ਹਾਂ, ਯੋਧਾ, ਯਯੇ ਤੋਂ। ਯਯੇ ਨੂੰ ਹੋੜਾ ਧੱਦੇ ਕੰਨਾ, ਪਰ ਅਸੀਂ ਯੋਧਾ ਵੀ ਕਹਿ ਦਿੰਦੇ ਹਾਂ। ਯੋਗੀ ਨੂੰ ਜੋਗੀ। ਸੰਯੋਗ, ਜੱਜੇ ਤੋਂ ਸੰਜੋਗ। ਠੀਕ ਹੈ ਬੱਚਿਓ। ਅਤੇ ਕਈ ਵਾਰੀ ਯਯਾ ਜਿਹੜਾ ਬਹੁਤੀਆਂ ਥਾਵਾਂ 'ਤੇ ਉਹ ਆ, ਈ ਜਾਂ ਊ ਵਿੱਚ ਵੀ ਬਦਲ ਜਾਂਦਾ ਹੈ। ਠੀਕ ਹੈ ਬੱਚਿਓ, ਸਮਝ ਲੱਗ ਗਈ? ਜਿਸ ਤਰ੍ਹਾਂ ਰਾਸ਼ਟਰੀਏ, ਯਯਾ ਰਾਸ਼ਟਰੀਏ, ਪਰ ਅਸੀਂ ਪੰਜਾਬੀ ਰੂਪ 'ਚ ਕਿਵੇਂ ਲਿਖਾਂਗੇ? ਰਾਸ਼ਟਰੀ। ਇਸੇ ਤਰ੍ਹਾਂ ਅਭਿਆਸ, ਐੜਾ ਭੱਬੇ ਨੂੰ ਸਿਹਾਰੀ, ਯਯੇ ਕੰਨਾ ਸੱਸਾ, ਅਭਿਆਸ, ਪਰ ਯਯਾ ਕਿਹਦੇ 'ਚ ਬਦਲ ਜਾਂਦਾ ਹੈ? ਅਭਿਆਸ। ਐੜਾ ਭੱਬੇ ਨੂੰ ਸਿਹਾਰੀ, ਐੜੇ ਕੰਨਾ ਅਤੇ ਸੱਸਾ। ਹੁਣ ਅਸੀਂ ਬੱਚਿਓ ਕਰਾਂਗੇ ਅੱਧਕ ਦੀ ਵਰਤੋਂ ਬਾਰੇ। ਅੱਧਕ ਤੁਹਾਨੂੰ ਪਤਾ ਹੈ ਕਿ ਦਬਾਅ ਦਾ, ਬਲ ਦਾ ਚਿੰਨ੍ਹ ਹੈ। ਬੱਚਿਓ ਅਸੀਂ ਬੋਲਣ ਵੇਲੇ ਤਾਂ ਸ਼ਬਦਾਂ ਦਾ ਉਚਾਰਨ ਸਹੀ ਕਰਦੇ ਹਾਂ, ਪਰ ਲਿਖਣ ਵੇਲੇ ਅੱਧਕ ਦੀ ਲੋੜੀਂਦੀ ਵਰਤੋਂ ਨਹੀਂ ਕਰਦੇ। ਇੰਝ ਲਿਖਣ ਵੇਲੇ ਜਿਹੜੇ ਸਾਡੇ ਸ਼ਬਦ ਜੋੜ ਨੇ ਉਹ ਗਲਤ ਹੋ ਜਾਂਦੇ ਹਨ। ਜੇ ਅਸੀਂ ਅੱਧਕ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ, ਹੈ ਨਾ। ਦੇਖਣ 'ਚ ਸਾਨੂੰ ਬੜਾ ਛੋਟਾ ਜਿਹਾ ਲੱਗਦਾ ਕਿ ਅੱਧਕ ਨਾਮ ਹੀ ਪਾਵਾਂਗੇ ਅਤੇ ਤਾਂ ਕੀ ਹੈ, ਕੋਈ ਗੱਲ ਨਹੀਂ, ਪਰ ਸਾਡੇ ਅੱਧਕ ਨਾ ਪੈਣ ਦੇ ਨਾਲ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ। ਚਲੋ ਅਸੀਂ ਕੁਝ ਉਦਾਹਰਨਾਂ ਦੇਖਦੇ ਹਾਂ। ਜਿਵੇਂ ਹੈ ਸਜਾ ਅਤੇ ਸੱਜਾ। ਸਜਾ ਅਤੇ ਸੱਜਾ, ਹੁਣ ਦੇਖੋ ਕਿੰਨਾ ਫਰਕ ਹੈ। ਇੱਕ ਅੱਧਕ ਨਾ ਪੈਣ ਦੇ ਕਰਕੇ ਬਿਲਕੁਲ ਅਰਥ ਹੀ ਬਦਲ ਗਿਆ। ਸਜਾ, ਮੈਂ ਦੀਵਾਲੀ 'ਤੇ ਆਪਣਾ ਕਮਰਾ ਸਜਾ ਲਿਆ। ਜਾਂ ਮੇਰੇ ਅਧਿਆਪਕ ਨੇ ਮੈਨੂੰ ਰੌਲਾ ਪਾਉਣ 'ਤੇ ਸਜ਼ਾ ਦਿੱਤੀ, ਹੈ ਨਾ। ਅਤੇ ਸੱਜਾ, ਸੱਸੇ ਨੂੰ ਅੱਧਕ, ਜੱਜੇ ਕੰਨਾ, ਸੱਜਾ, ਮੈਂ ਸੱਜੇ ਹੱਥ ਨਾਲ ਲਿਖਦੀ ਹਾਂ। ਦੇਖੋ ਬੱਚਿਓ ਕਿੰਨਾ ਫਰਕ ਪੈ ਗਿਆ। ਇਸੇ ਤਰ੍ਹਾਂ ਹੋਰ ਕਿੰਨੇ ਹੀ ਸ਼ਬਦ ਹਨ, ਜਿਵੇਂ ਬਚਾ ਅਤੇ ਬੱਚਾ, ਹੈ ਨਾ, ਕਿ ਮੈਂ
ਕਾਫੀ ਪੈਸੇ ਬਚਾ ਲਏ ਹਨ, ਬਹੁਤ ਸਾਰਾ ਧਨ ਬਚਾ ਲਿਆ ਹੈ। ਬੱਚਾ ਨਦੀ ਵਿੱਚ ਡੁੱਬ ਰਿਹਾ ਹੈ। ਦੇਖੋ ਕਿੰਨਾ ਅੰਤਰ ਹੈ। ਇੱਕ ਅੱਧਕ ਦੀ ਵਰਤੋਂ ਸਹੀ ਨਾ ਕਰਨ 'ਤੇ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸੋ ਤੁਹਾਡੀ ਅਭਿਆਸ ਦਾ ਜੋ ਬੇਟੇ ਕੰਮ ਹੈ, ਉਸ ਵਿੱਚ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ। ਇਹ ਆ ਸਕਦਾ ਹੈ। ਸ਼ਬਦਾਂ ਦੇ ਵਿਸ਼ੇਸ਼ਣ ਬਣਾਓ, ਜਿਵੇਂ ਦਿਨ ਤੋਂ ਦੈਨਿਕ, ਧਰਮ ਤੋਂ ਧਾਰਮਿਕ। ਸ਼ਬਦਾਂ ਦੇ ਪੰਜਾਬੀ ਰੂਪ ਲਿਖੋ, ਜਿਵੇਂ ਮੈਂ ਤੁਹਾਨੂੰ ਦੱਸਿਆ ਮੰਦਿਰ ਹੈ ਤੋਂ ਮੰਦਰ ਲਿਖਾਂਗੇ, ਯੋਗੀ ਤੋਂ ਜੋਗੀ। ਇਸੇ ਤਰ੍ਹਾਂ ਅੱਧਕ ਦੀ ਵਰਤੋਂ ਕਿ ਜੇਕਰ ਗਲਤ ਢੰਗ ਨਾਲ ਅਸੀਂ ਅੱਧਕ ਦੀ ਵਰਤੋਂ ਕਰਾਂਗੇ ਤਾਂ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਇਸ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਨੇ ਤੁਹਾਨੂੰ ਅਭਿਆਸ ਵਿੱਚ ਪੁੱਛੇ ਗਏ ਹਨ। ਸੋ ਪਿਆਰੇ ਬੱਚਿਓ, ਇਹ ਸੀ ਸਾਡੇ ਪੰਜਾਬੀ ਸ਼ਬਦ ਜੋੜਾਂ ਦੇ ਨਿਯਮ। ਨੰਨੇ ਅਤੇ ਨਾਣੇ ਦੀ ਵਰਤੋਂ ਅਤੇ ਅੱਧਕ ਦੀ ਸਹੀ ਵਰਤੋਂ ਨਾ ਕਰਨਾ ਪੈਂਦੇ ਫ਼ਰਕ ਬਾਰੇ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ। ਤੁਸੀਂ ਇਸ ਸਾਰੇ ਕੰਮ ਦਾ ਕਾਪੀਆਂ 'ਤੇ ਲਿਖ ਕੇ ਅਭਿਆਸ ਕਰਨਾ ਹੈ ਅਤੇ ਘੱਟੋ ਘੱਟ 10 ਵਾਕ ਅੱਧਕ ਨਾਲ ਪੈਂਦੇ ਅੰਤਰ ਦੇ ਕਾਪੀਆਂ 'ਤੇ ਲਿਖ ਕੇ ਵੇਖਣੇ ਹਨ। ਅਤੇ ਨਾਲ ਹੀ ਆਪਣਾ ਧਿਆਨ ਵੀ ਰੱਖਣਾ ਹੈ, ਘਰਾਂ ਵਿੱਚ ਰਹਿਣਾ ਹੈ। ਸਟੇ ਹੋਮ, ਸਟੇ ਸੇਫ। ਗੁੱਡ ਲੱਕ ਬੱਚਿਓ। ਬਹੁਤ ਬਹੁਤ ਧੰਨਵਾਦ। ਨਮਸਕਾਰ, ਸ਼ੁਕਰੀਆ।